अस्सलाम वालेकुम नाज़रीन, ਤੁਸੀਂ ਦੇਖਦੇ ਪਏ ਜੇ DNN ਨਿਊਜ਼। ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਮੇਜ਼ਬਾਨ ਜ਼ਾਹਿਦ ਹਨੀਫ ਬੋਲੇਗਾ ਪਾਕਿਸਤਾਨ ਪ੍ਰੋਗਰਾਮ ਦੇ ਵਿੱਚ ਜੀ। ਅੱਜ ਸਾਡੇ ਨਾਲ ਮੌਜੂਦ ਨੇ ਮਲਕ फ़खर इकबाल वट्टू, एडवोकेट, उम्मीदवार बराए चेयरमैन यूनियन कौंसल नंबर 44 और ਚੱਕ नंबर 45 GD। आइए ਅਸੀਂ ਇਹਨਾਂ ਨਾਲ ਗੱਲਬਾਤ ਕਰਨੇ ਹਾਂ। अस्सलाम वालेकुम सर जी वाह। ਜੀ। ਮਲਕ ਸਾਹਿਬ, ਤੁਹਾਡਾ ਸਭ ਤੋਂ ਪਹਿਲੇ ਬਹੁਤ ਸ਼ੁਕਰੀਆ, ਤੁਸੀਂ DNN ਨਿਊਜ਼ ਨੂੰ ਟਾਈਮ ਦਿੱਤਾ। ਸਰ, ਤੁਸੀਂ ਇਲੈਕਸ਼ਨ ਦੇ ਵਿੱਚ ਪਹਿਲੇ ਵੀ ਹਿੱਸਾ ਲਿਆ, ਸਾਬਕਾ ਨਾਇਬ ਨਾਜ਼ਮ ਵੀ ਰਹੇ, ਤੇ ਆਉਣ ਵਾਲੇ ਬਲਦੀਆਤ ਇਲੈਕਸ਼ਨ ਦੇ ਵਿੱਚ ਤੁਸੀਂ ਉਮੀਦਵਾਰ ਬਰਾਏ ਚੇਅਰਮੈਨ ਦਾ ਇਲੈਕਸ਼ਨ ਲੜ ਰਹੇ ਹੋ। ਇਹ ਦੁਬਾਰਾ ਸਰ ਤੁਹਾਨੂੰ ਮਤਲਬ ਕਿਸ ਤਰ੍ਹਾਂ ਖਿਆਲ ਆਇਆ, ਕੀ ਜ਼ਰੂਰ ਸਮਝਦੇ ਹੋ ਕਿ ਤੁਸੀਂ ਇਲੈਕਸ਼ਨ ਲੜਨਾ ਹੈ, ਇਲਾਕੇ ਦੇ ਕੋਈ ਮਸਾਇਲ ਨੇ ਉਹਨਾਂ ਵਾਸਤੇ, ਜਾਂ ਕੋਈ ਜ਼ਾਤੀ ਤੁਹਾਡਾ ਸ਼ੌਕ ਹੈ? ਸਰ, ਸਾਡਾ ਇਲਾਕਾ ਜਿਹੜਾ ਹੈ ਨਾ, ਜੀ ਜੀ, ਇਹਦੇ ਵਾਸਤੇ ਨਿਚਲੀ ਸਤਹ ਤੱਕ ਇਕਤਦਾਰ ਦਾ ਆਉਣਾ ਜ਼ਰੂਰੀ ਹੈ। ਠੀਕ ਹੈ। ਕਿਉਂਕਿ ਉਸ ਤੋਂ ਬਗੈਰ ਮਾਮਲਾ ਤੇ ਹੱਲ ਹੁੰਦਾ ਕੋਈ ਨਹੀਂ। ਉੱਪਰਲੀ ਸਤਹ ਤੇ ਬੈਠੇ ਨੇ, ਉੱਥੇ ਉਹ ਇਨ ਰੂਮ ਪ੍ਰੋਗਰਾਮਿੰਗ ਹੋ ਜਾਂਦੀ, ਉੱਥੇ ਹੀ ਸਾਰੇ ਮਾਮਲਾ ਹੱਲ ਹੋ ਜਾਂਦੇ ਨੇ। ਇੱਥੇ ਹੁਣ ਮੇਰੇ ਗਾঁव ਦੇ ਵਿੱਚ 20 ਸਾਲ ਤੋਂ ਨਹਿਰੀ ਪਾਣੀ ਨਹੀਂ ਲੱਗ ਰਿਹਾ। ਅੱਛਾ। ਉਹ ਜ਼ਿਮੀਂਦਾਰ ਸਾਡੇ ਬੜੇ ਪਰੇਸ਼ਾਨ ਨੇ, ਮਾਮਲਾ ਗਵਰਨਮੈਂਟ ਨੂੰ ਦੇ ਰਹੇ ਨੇ ਬਕਾਇਦਗੀ ਨਾਲ, ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ। ਮਤਲਬ ਜਿਹੜਾ ਤੁਹਾਡਾ ਬੁਨਿਆਦੀ ਮਸਲਾ ਹੈ ਨਹਿਰੀ ਪਾਣੀ ਜਿਹੜਾ ਹੈ, ਜ਼ਮੀਨੀ ਪਾਣੀ, ਜ਼ਰਾਅਤ ਦੇ ਮੁਤਲਕ, ਤੇ ਸਰ ਕਿੰਨਾ ਮਤਲਬ ਤੁਹਾਨੂੰ ਜ਼ਰੂਰਤ ਹੈ, ਕਿੰਨੇ ਟੈਲ ਪਾਣੀ ਹੋਣਾ ਚਾਹੀਦਾ, ਤੇ ਤੁਹਾਨੂੰ ਕਿੰਨਾ ਮਿਲ ਰਿਹਾ ਹੈ? ਤੇ ਸਰ, ਸਾਡਾ ਰਕਬਾ ਹੈ ਤਕਰੀਬਨ 150 ਮੁਰੱਬਾ। ਅੱਛਾ। ਇਸ ਗਾँव ਦਾ ਇਹਨੂੰ 3 ਮੋਗੇ ਅੱਗੇ ਨੇ, ਤੇ ਉਹ ਤਿੰਨੇ ਹੀ ਪਾਣੀ ਨਹੀਂ ਆ ਰਿਹਾ। ਅੱਛਾ। ਉਹ ਕੋਸ਼ਿਸ਼ ਸਾਡੀ ਇਹ ਹੀ ਹੈ ਕਿ ਗੌਰਮੈਂਟ ਜ਼ਾਤੀ ਤੌਰ ਦਿਲਚਸਪੀ ਲਵੇ, ਤੇ ਸਾਡਾ ਇਹ ਪਾਣੀ ਦਾ ਮਾਮਲਾ ਹੱਲ ਤਾਂ ਹੀ ਹੋਣਾ, ਗੌਰਮੈਂਟ ਤੋਂ ਬਗੈਰ ਇਹ ਨਹੀਂ ਹੋ ਸਕਦਾ। ਚਾਹੁੰਦੇ ਹੋ ਕਿ ਇਲੈਕਸ਼ਨ ਲੜਿਆ ਜਾਏ ਔਰ ਅਸੀਂ ਇਕਤਦਾਰ ਦੇ ਵਿੱਚ ਆਈਏ, ਤਾਂ ਕਿ ਜਿਹੜੇ ਬੁਨਿਆਦੀ ਮਸਲੇ ਨੇ ਜ਼ਿਮੀਂਦਾਰਾਂ ਦੇ ਜਾਂ ਤੁਹਾਡੇ ਪਿੰਡ ਦੇ, ਉਹਨਾਂ ਨੂੰ ਹੱਲ ਕੀਤਾ? ਜੀ ਜੀ, ਬਿਲਕੁਲ। ਇਸ ਤਰ੍ਹਾਂ ਵੀ ਅਗਰ ਪਾਲਿਸੀ ਬਣਦੀ ਹੈ, ਬਲਦਿਆਤੀ ਤੌਰ ਸਾਨੂੰ ਨੁਮਾਇੰਦਗੀ ਦਾ ਮੌਕਾ ਮਿਲਦਾ ਹੈ, ਤੇ ਅਸੀਂ ਇਹ ਮਾਮਲਾ ਹੱਲ ਕਰਵਾਂਗੇ। ਠੀਕ ਹੈ। ਅੱਛਾ ਮਲਕ ਸਾਹਿਬ, ਤੁਸੀਂ ਪਹਿਲੇ ਵੀ ਨਾਇਬ ਨਾਜ਼ਮ ਰਹਿ ਚੁੱਕੇ ਹੋ ਸਾਬਕਾ, ਆਪਣੇ ਤੁਸੀਂ ਉਸ ਦੌਰ ਦੇ ਵਿੱਚ ਆਪਣੇ ਇਲਾਕੇ ਵਾਸਤੇ ਕਿਹੜੇ ਤਰੱਕੀਆਤੀ ਕੰਮ ਕਰਵਾਏ ਨੇ ਤੁਸੀਂ? ਮੈਂ ਜੀ ਇੱਕ ਇੱਥੇ ਬੇਸਿਕ ਡਿਸਪੈਂਸਰੀ ਲਾਈਫ ਸਟਾਕ ਦੀ ਬਣਵਾਈ। ਅੱਛਾ। ਬਹੁਤ ਜ਼ਾਤੀ ਐਫਰਟ ਕੀਤੀ, ਗੌਰਮੈਂਟ ਦੀ ਪਾਲਿਸੀ ਸੀ, ਉਹਨੂੰ ਰਕਬਾ ਵੀ ਆਪਣਾ ਜ਼ਾਤੀ ਦਿੱਤਾ ਹੈ, ਜਿਹਦੇ ਵਿੱਚ ਉਹ ਬਿਲਡਿੰਗ ਬਣਵਾਈ। ਠੀਕ ਹੈ। ਉਸ ਤੋਂ ਇਲਾਵਾ ਗਾँव ਦੀਆਂ ਨਾਲੀਆਂ ਨੇ, ਪੁਲੀਆਂ ਨੇ, 1 ਕਿਲੋਮੀਟਰ ਦੀ ਪੁਖਤਾ ਸੜਕ ਵੀ ਬਣਵਾਈ। ਠੀਕ ਹੈ। ਇਸ ਤਰ੍ਹਾਂ ਹੋਰ ਵੀ ਜੋ ਵੀ ਮਾਮਲਾਤ ਐਂਡ ਸੀ, ਕਿਸੇ ਦੇ ਨਾਲ ਜ਼ਿਆਦਤੀ ਹੁੰਦੀ, ਥਾਣਾ ਕਚਹਿਰੀ, ਉਹ ਵੀ ਡੀਲ ਕੀਤੇ। ਅੱਛਾ, ਦੂਸਰਾ ਇੱਕ ਤਾਂ ਨਹਿਰੀ ਨਿਜ਼ਾਮ ਜਿਹੜਾ ਹੈ ਉਹ ਮਤਲਬ ਠੀਕ ਨਹੀਂ ਹੈ ਜ਼ਿਮੀਂਦਾਰਾਂ ਵਾਸਤੇ। ਜਿਹੜਾ ਪੀਣ ਦਾ ਮਿੱਠਾ ਪਾਣੀ ਹੈ ਤੁਹਾਡੇ ਪਿੰਡ ਦੇ ਲੋਕਾਂ ਵਾਸਤੇ, ਤੁਹਾਡੇ ਯੂਨੀਅਨ ਕੌਂਸਲ ਵਾਸਤੇ, ਕਿਆ ਕੋਈ ਇੱਥੇ RO ਪਲਾਂਟ ਹੈ, ਜਾਂ ਜ਼ਮੀਨੀ ਪਾਣੀ ਇਸਤੇਮਾਲ ਕਰਦੇ ਹੋ, ਜਾਂ ਕੋਈ ਵਾਟਰ ਸਪਲਾਈ ਗੌਰਮੈਂਟ ਦੀ ਤਰਫੋਂ ਤੁਹਾਨੂੰ ਮਿਲੀ ਹੋਈ? ਇੱਥੇ ਸਾਡਾ ਪਾਣੀ ਕੁਦਰਤੀ ਕੁਝ ਮੁਨਾਸਬ ਹੈ, ਮਿੱਠਾ ਹੈ, ਉਹ ਜ਼ਾਤੀ ਲੋਕ ਇਸਤੇਮਾਲ ਕਰ ਰਹੇ ਨੇ, ਪਲਾਂਟ ਕੋਈ ਨਹੀਂ ਹੈਗਾ। ਠੀਕ ਹੈ। ਔਰ ਕਿੰਨਾ ਵੋਟ ਹੈ ਸਰ ਤੁਹਾਡਾ ਯੂਨੀਅਨ ਕੌਂਸਲ? ਤਕਰੀਬਨ 20,000 ਪਲੱਸ ਵੋਟ ਹੈ ਇੱਥੇ। 4 ਆਬਾਦੀ ਦੇ ਲਿਹਾਜ਼ ਨਾਲ ਤੁਹਾਡਾ ਜਿਹੜਾ ਯੂਨੀਅਨ ਕੌਂਸਲ ਹੈ, ਇਹ ਸਭ ਤੋਂ ਵੱਡਾ ਪਿੰਡ 45 GD। ਅੱਛਾ। ਆਬਾਦੀ ਦੇ ਹਿਸਾਬ ਨਾਲ। ਤੇ ਤਾਲੀਮ ਦੇ ਹਵਾਲੇ ਨਾਲ ਕੋਈ ਇੱਥੇ ਹਾਈ ਸਕੂਲ ਹੈ, ਜਾਂ ਸ਼ਹਿਰ ਬੱਚੀਆਂ ਇੱਥੇ ਦੇ ਪੜ੍ਹਨ ਜਾਂਦੇ ਨੇ? ਮਿਡਲ ਸਕੂਲ ਹੈ ਬੱਚੀਆਂ ਵਾਸਤੇ ਇੱਥੇ, ਤੇ ਹਾਈ ਸਕੂਲ ਬੱਚਿਆਂ ਵਾਸਤੇ। ਮਤਲਬ ਤਾਲੀਮ ਦੀ ਬੁਨਿਆਦੀ ਗੁਜ਼ਾਰਾ ਚੱਲਦਾ। ਸਾਡਾ ਚੂੰਕਿ ਹੈੱਡਕੁਆਟਰ ਹੈ 45 GD, BHU ਬੇਸਿਕ ਹੈਲਥ ਸੈਂਟਰ ਹਰ ਕੌਂਸਲ ਹੈੱਡਕੁਆਟਰ ਤੇ ਗੌਰਮੈਂਟ ਦੀ ਪਾਲਿਸੀ ਵਿੱਚ ਹੈ, ਲੇਕਿਨ ਇੱਥੇ ਉਹ ਸਾਨੂੰ ਅਵੇਲ ਨਹੀਂ ਹੈ। ਸਾਡੀ ਇਹ ਵੀ ਰਿਕੁਐਸਟ ਹੈ ਆਪਣੇ ਹੁਕਾਮ ਤੱਕ ਕਿ ਇਹ ਬੇਸਿਕ ਹੈਲਥ ਸੈਂਟਰ ਸਾਡਾ ਇੱਥੇ ਮਨਜ਼ੂਰ ਫਰਮਾਇਆ ਜਾਵੇ। ਠੀਕ ਹੈ, ਜਦਕਿ ਪਹਿਲੇ ਨਹੀਂ ਹੈ। ਪਹਿਲੇ ਉਹ ਇੱਥੇ ਨਹੀਂ ਹੈ। ਠੀਕ ਹੈ ਸਰ, ਬਲਦੀਆਤ ਇਲੈਕਸ਼ਨ ਦੇ ਵਿੱਚ ਤੁਸੀਂ ਕਾਮਯਾਬ ਹੁੰਦੇ ਹੋ, ਕਾਮਯਾਬੀ ਤੋਂ ਬਾਅਦ ਤੁਹਾਡਾ ਕਿਹੜਾ ਪਲਾਨ ਹੈ? ਕਿਸ ਕਾਮਯਾਬੀ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਕਿਸ ਪ੍ਰੋਜੈਕਟ 'ਤੇ ਕੰਮ ਕਰਨਾ ਚਾਹੋਗੇ? ਸਰ, ਇਹ ਮੇਰਾ ਸੀ ਵੀ ਹੈਲਥ ਸੈਂਟਰ ਲਿਆਉਣੇ, ਪਾਣੀ ਦੇ ਮਾਮਲੇ 'ਚ ਉਹ ਖਾਲ ਦਾ ਜਿਹੜਾ ਸਾਨੂੰ ਪਾਣੀ ਲੱਗ ਰਿਹਾ ਵੀ ਉਹਦੇ 'ਤੇ ਵਰਕ ਕਰਾਂ। ਬਾਕੀ ਲੋਕਾਂ ਦੇ ਮਾਮਲਾਤ ਨੇ, ਉਹਨਾਂ ਨੂੰ ਸ਼ੌਹਰੀ ਤੌਰ ਮੋਟੀਵੇਟ ਪੁਰਅਮਨ ਤਰੀਕੇ ਨਾਲ ਰਹਿਣ ਦਾ, ਸਫਾਈ ਹੈ ਜਿਹੜੀ ਗਾँव ਦੀ, ਸਾਡਾ ਸੀਵਰੇਜ ਦਾ ਨਿਜ਼ਾਮ ਕੋਈ ਨਹੀਂ, ਗਾँव ਦੇ ਵਿੱਚ ਜਿਹੜੇ ਰਸਤੇ ਨੇ
ਉਹ ਕਾਫੀ ਸਾਡੇ ਪੈਂਡਿੰਗ ਪੜੇ ਨੇ ਵੀ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤਰ੍ਹਾਂ ਦੇ ਜੋ ਵੀ ਮੁਮਕਿਨ ਹੋ ਸਕਿਆ ਉਹ ਕਰਨ ਦੇ ਮਨਸੂਬੇ ਹੈਗੇ ਨੇ। ਠੀਕ ਹੈ। ਅੱਛਾ ਫਖਰ ਸਾਹਿਬ, ਤੁਸੀਂ ਬੇਸਿਕਲ ਜ਼ਿਮੀਦਾਰ ਵੀ ਹੋ, ਜ਼ਿਮੀਦਾਰਾਂ ਤੁਸੀਂ ਮਸਾਇਲ ਦੱਸੇ ਜਿਸ ਤਰ੍ਹਾਂ ਕਿ ਨਹਿਰੀ ਨਿਜ਼ਾਮ ਜਿਹੜਾ ਤੁਹਾਡਾ ਉਹ ਠੀਕ ਨਹੀਂ ਹੈ। ਇਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਖਾਦ ਦੀ ਕਿੱਲਤ ਹੈ ਜਾਂ ਬੀਜ ਦੀ 2 ਨੰਬਰੀ ਮਾਰਕੀਟ ਦੇ ਵਿੱਚ ਆਮ ਹੈ, ਇਹਦਾ ਕੋਈ ਚੈੱਕ ਐਂਡ ਬੈਲੈਂਸ ਨਹੀਂ ਹੈ, ਜਿਹਦੇ ਵਿੱਚ CM ਸਾਹਿਬਾ ਜਿਹੜੇ ਨੇ ਕਾਫੀ ਮਤਲਬ ਜ਼ਰਾਤ ਦੇ ਹਵਾਲੇ ਨਾਲ ਵੀ ਕੰਮ ਕਰ ਰਹੀਆਂ ਨੇ, ਕਿ ਤੁਸੀਂ ਇਸ DNN ਦੇ ਤਵੱਸਲ ਨਾਲ ਕੀ ਪੈਗਾਮ ਦੇਣਾ ਚਾਹੋਗੇ ਕਿ ਜਿਹੜਾ ਮਜ਼ੀਦ ਬਿਹਤਰੀ ਹੋ ਜਾਏ ਜ਼ਿਮੀਦਾਰਾਂ ਵਾਸਤੇ? ਔਰ ਜੇ CM ਸਾਹਿਬ ਵਾਸਤੇ ਤਾਂ ਪੈਗਾਮ ਇਹ ਹੀ ਨਹੀਂ, ਕਾਸ਼ ਜ਼ਿਮੀਦਾਰੇ ਤਾਂ ਬਹੁਤ ਜ਼ਿਆਦਾ ਹੈ, ਬਹੁਤ ਹੀ ਜ਼ਿਆਦਾ, ਜਿਹੜੀ ਕਿ ਕਿਸੇ ਸੋਚ ਤੋਂ ਵੀ ਜ਼ਿਆਦਾ ਹੈ। ਸਾਡੀ DAP ਖਾਦ ਹੈ, ਯੂਰੀਆ ਖਾਦ ਹੈ, ਫਸਲਾਂ ਦੀ ਆਊਟਪੁੱਟ ਕੋਈ ਨਹੀਂ, 2 ਨੰਬਰ ਦਵਾਈ ਹੈ, ਫਸਲ ਨੁਕਸਾਨ ਹੋ ਗਈ। ਔਰ ਉੱਪਰ ਜਿਹੜਾ ਬਿਜਲੀ ਨੇ ਤਬਾਹੀ ਕੀਤੀ ਨਾ, ਉਹ ਤਾਂ ਇਹ ਹੀ ਹੈ ਕਿ ਲੋਕ ਆਪਣੇ ਘਰ ਦੇ ਚੀਜ਼ਾਂ ਵੇਚ ਕੇ ਬਿੱਲ ਅਦਾ ਕਰ ਰਹੇ ਨੇ। ਬਹੁਤ ਮੁਸ਼ਕਿਲ ਹੈ ਜਵਾਬ ਹੈ। ਅਗਰ CM ਸਾਹਿਬ ਕੋਈ ਗਹਿਰਾਈ ਤੱਕ ਸੋਚ ਕੇ ਥੱਲੇ ਤੱਕ ਇਹ ਸੋਚਣ ਤੇ ਇਸ ਮਾਮਲਾਤ ਨੂੰ ਆਪਣੀ ਤਰਜੀਹ ਬਣਾਉਣ। ਬਿਜਲੀ ਦਾ ਟੂਬਲ ਕਿਸਾਨ ਬਹੁਤ ਮੁਸ਼ਕਿਲ ਨਾਲ ਬਿੱਲ ਅਦਾ ਕਰਦੇ ਨੇ, ਆਊਟਪੁੱਟ ਕੋਈ ਨਹੀਂ। ਫਸਲਾਂ ਦੇ ਉੱਤੇ ਉਹ ਕਾਸਟ ਹੀ ਇੰਨੀ ਜ਼ਿਆਦਾ ਆ ਜਾਂਦੀ ਹੈ, ਰੇਟ ਕੋ ਨਹੀਂ ਮਿਲਦਾ। ਪਿਛਲੀ ਦਫਾ ਤਾਂ ਇੰਜ ਹੋਇਆ ਵੀ ਕਾਸਟ ਲੋਕਾਂ ਨੇ 4000 ਤੋਂ ਵੀ ਜ਼ਿਆਦਾ ਦਿੱਤੀ ਹੋਈ ਸੀ, ਉਹਨਾਂ ਨੇ ਫਸਲ 2200 ਤੋਂ ਵੇਚੀ। ਇਸ ਤਰ੍ਹਾਂ ਕਰਕੇ ਸਾਡੇ ਗਵਾਂਢ ਹਮਸਾਇਆ ਮੁਲਕ ਦੀ ਜ਼ਿਮੀਂਦਾਰਾਂ ਦੀ ਪਾਲਿਸੀ ਨੂੰ ਵੀ ਵੇਖ ਲਵਣ ਤੇ ਉਹ ਵੀ ਸਾਡੇ ਵਾਸਤੇ ਕੋਈ ਗੁਜ਼ਾਰਾ ਕਰ ਜਾਏਗੀ। ਉਹਨਾਂ ਨੂੰ ਰਿਕੁਐਸਟ ਹੀ ਕਰ ਸਕਨੇ। ਔਰ ਆਵਾਮ ਸਾਡੀ ਤਾਂ ਥੱਕੀ ਹੋਈ ਇਸ ਤਰ੍ਹਾਂ ਦੀ, ਇਹਨਾਂ ਕੋਲ ਤਾਂ ਕਿਸੇ ਨੂੰ ਦੱਸਣ ਦੀ ਵੀ ਤਾਕਤ ਕੋਈ ਨਹੀਂ ਵੀ ਦੱਸ ਹੀ ਸਕਦਾ। ਮਿਸਾਲ ਹੈ ਨਾ ਕਿ ਵਾਈ ਬਾਦਸ਼ਾਹੀ, ਜਿਸ ਤਰ੍ਹਾਂ ਤੁਸੀਂ ਆਪਣੇ ਮਸਾਇਲ ਦੱਸ ਰਹੇ ਹੋ, ਅੱਜ ਕੱਲ੍ਹ ਦੀ ਵਾਈ ਨੂੰ ਕੀ ਸਮਝਦੇ ਹੋ? ਅੱਜ ਕੱਲ੍ਹ ਦੀ ਤਾਂ ਫਾਹੀ ਹੈ ਜੀ, ਜਿਨ੍ਹਾਂ ਦੇ ਗਾਲੇ ਪੈ ਗਈ ਵਿਚਾਰੇ ਉਹ ਫਸੇ ਪਏ ਨੇ, ਬਾਦਸ਼ਾਹੀ ਕੋਈ ਨਹੀਂ। ਚਲੋ ਜੀ, ਆਖਿਰ ਤੇ ਸਰ ਕੀ ਪੈਗਾਮ ਦੇਣਾ ਚਾਹੋਗੇ ਤੁਸੀਂ ਹੁਕੂਮਤ ਪੰਜਾਬ ਨੂੰ, ਅੱਲਾ ਹੁਕਾਮ? ਇਹੀ ਪੈਗਾਮ ਹੈ ਜੀ ਸਾਡਾ, ਇਹ ਬੁਨਿਆਦੀ ਜ਼ਰੂਰੀਆਤ ਨੂੰ ਮੱਦੇਨਜ਼ਰ ਰੱਖਣ, ਖਾਦ ਔਰ ਬਿਜਲੀ ਦੇ ਰੇਟਸ ਕੰਮ ਕਰਨ, ਔਰ ਅਗਰ ਕੋਈ ਉਹਨਾਂ ਦੇ ਆਵਾਜ਼ ਪਹੁੰਚ ਜਾਵੇ ਤਾਂ ਸਾਡਾ ਪਾਣੀ ਤੇ ਖਾਦ ਦੇ ਮੁਤਲਕਾ ਸਾਡੇ ਮਹਿਕਮਾ ਡਿਸਟ੍ਰਿਕਟ ਉਗਾੜਾ ਨੂੰ ਹਿਦਾਇਤ ਕਰਨ ਕਿ ਉਹ ਸਾਡਾ ਪਾਣੀ ਦਾ ਮਾਮਲਾ ਹੱਲ ਕਰਾ ਦੇਣ। ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਮੇਰੇ ਨਾਲ ਮੌਜੂਦ जनाब मलक फ़खर इकबाल साहब, उम्मीदवार बराए चेयरमैन यूनियन कौंसल नंबर 44 चक नंबर 45 GD। अगले प्रोग्राम तक इजाज़त दो अपने मेज़बान ज़ाहिद रिफ नूं। अल्लाह हाफिज़। Discover the rich taste of Lipton round the clock.